ਜਿਹੜੀਆਂ ਰੂਹਾਂ ਇਹਦੇ ਚ ਆਪਦੀ ਸ਼ਮੂਲੀਅਤ ਦੇ ਜਾਣਗੀਆਂ, ਉਹਨਾਂ ਦਾ ਨਾਂ ਇਤਿਹਾਸ 'ਚ ਲਿਖਿਆ ਜਾਊਗਾ। ਤੁਹਾਨੂੰ ਇਤਿਹਾਸ ਮੌਕਾ ਦੇ ਰਿਹਾ ਪੰਜਾਬ ਦੀ ਹੋਂਦ ਦੀ ਲੜਾਈ ਲੜਨ ਦਾ। ਗੱਲ ਇਕੱਲੇ ਆਹ 3 ਕਾਨੂੰਨਾਂ ਦੀ ਹੁੰਦੀ ਮੈਂ ਤਾਂ ਨਹੀਂ ਆਉਂਦਾ ਸੀ, ਜੇ ਕੱਲੀ ਕਰਪਸ਼ਨ ਦੀ ਹੁੰਦੀ ਫੇਰ ਵੀ ਨਹੀਂ ਆਉਂਦਾ ਸੀ, ਜੇ ਕੱਲੀ ਨੌਕਰੀਆਂ ਦੀ ਗੱਲ ਹੁੰਦੀ ਹੋਰ ਸਾਡੇ ਆ ਸਾਰੇ ਬਾਈ ਨਹੀਂ ਆਉਂਦੇ ਸੀ। ਅਸੀਂ ਬੈਠੇ ਕਿਉਂ ਆ ਇੱਥੇ? ਕਿਉਂਕਿ ਅਸੀਂ ਲੜਾਈ ਆਪਦੀ ਹੋਂਦ ਦੀ ਲੜੀ ਜਾਂਦੇ ਹਾਂ। ਜੇ ਹੋਰ ਕੌਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੋਵੇ, ਕਿਸੇ ਹੋਰ ਖਿੱਤੇ 'ਚ ਰੋਜ਼ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੋਵੇ, ਸਾਡੇ ਜਿੱਥੇ ਅਰਦਾਸ ਹੋਊਗੀ, ਜਦੋਂ ਗੁਰਬਾਣੀ ਪੜ੍ਹੀ ਜਾਊਗੀ, ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੋਊਗੀ। ਉੱਥੇ ਕੋਈ ਦਰਜਾ ਬਦਰਜੀ ਰਹਿ ਜਾਂਦੀ ਆ। ਸਾਨੂੰ ਸਾਡੇ ਹੱਥਾਂ 'ਚ ਸ਼ਮਸ਼ੀਰਾਂ ਨਹੀਂ ਦਿੱਤੀਆਂ, ਸਾਡੇ ਹੱਥਾਂ 'ਚ ਤਲਵਾਰਾਂ ਨਹੀਂ ਦਿੱਤੀਆਂ। ਕਿਉਂ? ਕਿਉਂਕਿ ਉਦੋਂ ਤੱਕ ਰੂਹਾਂ ਸਿਰਜਣੀਆਂ ਸੀ ਉਹਨਾਂ ਨੇ, ਜਿਹੜੀਆਂ ਰੂਹਾਂ ਸਿਰਜੀਆਂ ਜਾਣ। ਤੇ ਜਦੋਂ ਸਾਡੇ ਹੱਥ 'ਚ ਹਥਿਆਰ ਆਇਆ, ਉਦੋਂ ਆ ਕੇ ਉਹਨਾਂ ਰਹਿਬਰਾਂ ਨੂੰ ਵਿਸ਼ਵਾਸ ਹੋ ਗਿਆ ਵੀ ਹੁਣ ਉਸ ਹਥਿਆਰ ਦੀ ਦੁਰਵਰਤੋਂ ਨਹੀਂ ਹੋਊਗੀ। ਸੰਗਤ ਜੀ ਆਓ, ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2-4 ਗੱਲਾਂ ਹੀ ਕਰਨੀਆਂ ਜੀ, ਆਪਾਂ ਮੁੱਦੇ ਤੇ ਹੀ ਆਉਣੇ ਆ ਸਿੱਧਾ, ਕਿਉਂਕਿ ਸਮਾਂ ਵੀ ਘੱਟ ਆ। ਉਹ ਨੀਚੇ ਰੱਖਦੇ ਯਾਰ। ਕੱਲ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਆ ਮਿਸਟਰ ਨਰਿੰਦਰ ਮੋਦੀ, ਬਿਹਾਰ 'ਚ ਜਦੋਂ ਇਲੈਕਸ਼ਨ ਦੇ ਪ੍ਰਚਾਰ ਤੇ ਗਏ ਤੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਫੈਸਲੇ ਲੈਤੇ ਆ ਉਹ ਦੇਸ਼ ਹਿੱਤ 'ਚ, ਦੇਸ਼ ਭਗਤੀ ਨੂੰ ਸੋਚਦੇ ਹੋਏ ਲੈਤੇ ਗਏ ਆ, ਜਾਂ ਨੇਸ਼ਨ ਦੇ ਹਿੱਤ 'ਚ, ਇੱਕ ਨੈਸ਼ਨਲਿਜ਼ਮ ਦੇ ਨੂੰ ਸੋਚ ਕੇ ਲੈਤੇ ਗਏ ਆ। ਬਾਈ ਜੀ ਤੁਸੀਂ ਆਪਦੀ ਜਗ੍ਹਾ ਬਣਾ ਲਓ, ਪਿੱਛੇ ਸੰਗਤ ਬੈਠੀ ਆ ਤਾਂ ਥੋੜੀ ਜਿਹੀ ਜਗ੍ਹਾ ਬਣਾ ਲਓ ਪਲੀਜ਼, ਕਿਉਂਕਿ ਇੱਕ ਤਰੀਕਾ ਤੇ ਸਲੀਕਾ ਜਿਹੜਾ ਹੁੰਦਾ ਨਾ ਉਹ ਬਹੁਤ ਇੰਪੋਰਟੈਂਟ ਹੁੰਦਾ। ਪਹਿਲਾਂ ਇਹ ਗੱਲ ਨੂੰ ਸਮਝ ਲਈਏ ਆਪਾਂ, ਵਾਪਸ ਗੱਲ ਤੇ ਆਉਣੇ ਆ। ਉਹ ਕਹਿੰਦੇ ਦੇਸ਼ ਹਿੱਤ 'ਚ। ਹੁਣ ਜਦੋਂ ਸਾਨੂੰ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾਂਦਾ ਦੇਸ਼ ਭਗਤੀ ਕੀ ਆ, ਨੇਸ਼ਨ ਕੀ ਆ, ਡੈਮੋਕ੍ਰੇਸੀ ਕੀ ਆ, ਫੈਡਰਲ ਸਟਰਕਚਰ ਕੀ ਆ, ਉਹਦੇ ਮਤਲਬ ਕੁਝ ਹੋਰ ਸੀ। ਤੇ ਜਦੋਂ ਸਮਾਜਿਕ ਵਰਤਾਰਿਆਂ 'ਚ ਅਸੀਂ ਉਹਦੇ ਮਤਲਬ ਦੇਖਦੇ ਆ ਤੇ ਇੱਥੇ ਕੁਝ ਹੋਰ ਹੁੰਦੇ ਆ। ਜਮਾਂ ਹੀ ਕੋਈ ਆਪਸ 'ਚ ਸੰਬੰਧ ਹੀ ਨਹੀਂ, ਜੋ ਪੜ੍ਹਿਆ ਤੇ ਜੋ ਅਸੀਂ ਦੇਖਿਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਆ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ, ਉਸ ਤੇ ਆਉਣੇ ਆ ਆਪਾਂ। ਨੇਸ਼ਨ ਨੂੰ ਅੱਜ ਦੀਆਂ ਸਰਕਾਰਾਂ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਡਿਸਕ੍ਰਾਈਬ ਕਰਦੀਆਂ ਵੀ ਇੱਕ ਭੂਗੋਲਿਕ ਖਿੱਤਾ ਤੇ ਉਹਦੀਆਂ ਹੱਦਾਂ ਦੇ ਅੰਦਰ ਜਿਹੜਾ ਦੇਸ਼ ਆ ਉਹ ਦੇਸ਼ ਆ ਤੇ ਇਹ ਪਵਿੱਤਰ ਆ ਤੇ ਇਹਦੀ ਦੇਸ਼ ਭਗਤੀ ਪਵਿੱਤਰਤਾ ਦਾ ਪ੍ਰਤੀਕ ਆ। ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਆ, ਉਹਨਾਂ ਨੇ ਕਿਹਾ ਮਾਤਾ ਧਰਤ ਮਹੱਤ। ਉੱਥੇ ਕੋਈ ਹੱਦ ਤਾਂ ਨਹੀਂ ਖਿੱਚੀ ਵੀ ਇਹੀ ਧਰਤੀ ਪਵਿੱਤਰ ਆ। ਔਰ ਕਿਹਾ ਕਿਹਨੂੰ ਆ? ਮਨੁੱਖ ਨੂੰ ਸੰਬੋਧਨ ਕੀਤਾ ਮਨਾਂ ਦੇ ਥਰੂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਹੁਣ ਜਦੋਂ ਧਰਤੀ ਦਾ ਉੱਥੇ ਇਹ ਤਾਂ ਨਹੀਂ ਕਿਹਾ ਵੀ ਪੰਜਾਬ ਦੀ ਜਿਹੜੀ ਧਰਤੀ ਆ, ਪੰਜਾਬ ਦੀ ਧਰਤੀ ਨੂੰ ਹੀ ਮਾਤਾ ਕਹਿ ਕੇ ਮਹੱਤ ਕਹਿਤਾ, ਜਾਂ ਅਮਰੀਕਾ ਦੀ ਧਰਤੀ ਜਾਂ ਕੈਨੇਡਾ ਦੀ ਧਰਤੀ ਜਾਂ ਆਸਟ੍ਰੇਲੀਆ ਦੀ ਧਰਤੀ ਆ ਪਵਿੱਤਰ ਆ ਤੇ ਸਾਡੀ ਉਹ ਧਰਤੀ ਪਵਿੱਤਰ ਆ। ਸੋ ਇਸ ਗੱਲ ਤੋਂ ਇਹ ਗੱਲ ਤਾਂ ਸਾਨੂੰ ਪਤਾ ਲੱਗਦੀ ਆ ਵੀ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਸੀ ਵੀ ਜਿਹੜੇ ਪਵਿੱਤਰਤਾ ਦਾ ਸੰਬੰਧ ਆ ਉਹ ਲੋਕਾਂ ਨਾਲ ਆ। ਲੋਕ ਉਸ ਧਰਤੀ ਨੂੰ ਪਵਿੱਤਰ ਬਣਾਉਂਦੇ ਆ ਤੇ ਦੇਸ਼ ਲੋਕ ਹੁੰਦੇ ਆ। ਦੇਸ਼ ਕੋਈ ਭੂਗੋਲਿਕ ਖਿੱਤਾ ਨਹੀਂ ਹੁੰਦਾ। ਕਿਸੇ ਹੱਦਾਂ ਦੇ ਅੰਦਰ ਕੋਈ ਧਰਤੀ ਨੂੰ ਦੇਸ਼ ਤੇ ਉਹਦੇ ਪ੍ਰਤੀ ਅਸੀਂ ਦੇਸ਼ ਭਗਤੀ ਪੈਦਾ ਕਰ ਦਈਏ। ਤੇ ਜਿਹੜੀ ਗੱਲ ਅੱਜ ਮੋਦੀ ਸਰਕਾਰ ਕਰ ਰਹੀ ਆ, ਜਾਂ ਜੋ ਹਉਮੈ ਤੇ ਮੈਂ ਦਾ ਪ੍ਰਗਟਾਵਾ ਕਰ ਰਹੇ ਆ ਵੀ ਅਸੀਂ ਜਿਹੜੇ ਕਾਨੂੰਨ ਬਣਾਤੇ, ਅਸੀਂ ਜਿਹੜੇ ਸਟੈਪ ਲੈ ਲਏ ਉਹ ਤੋਂ ਪਿੱਛੇ ਨਹੀਂ ਹਟਾਂਗੇ ਦੇਸ਼ ਹਿੱਤ 'ਚ, ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆ ਰਹੀ ਵੀ ਜਿਹੜੇ ਲੋਕ ਆ ਉਹ ਤਾਂ ਸੜਕਾਂ ਤੇ ਆ। ਸਾਡੀਆਂ ਬੀਬੀਆਂ, ਸਾਡੀਆਂ ਭੈਣਾਂ ਸੜਕਾਂ ਤੇ ਫਿਰਦੀਆਂ ਤੇ ਅਸੀਂ ਦੇਸ਼ ਹਿੱਤ ਦੀ, ਦੇਸ਼ ਭਗਤੀ ਦੀ ਗੱਲ ਕਰਦੇ ਹਾਂ। ਦੇਸ਼ ਹਿੱਤ ਤੇ ਦੇਸ਼ ਭਗਤੀ ਦੀ ਗੱਲ ਤਾਂ ਉਹ ਨਹੀਂ ਕਰ ਰਹੇ। ਦੇਸ਼ ਦਰੋਹੀ ਤਾਂ ਉਹਨਾਂ ਨੂੰ ਆਪਦੇ ਆਪ ਨੂੰ ਕਹਿਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਦੇਸ਼ ਨਹੀਂ ਸਮਝਦੇ, ਉਹ ਤਾਂ ਧਰਤੀ ਦੇ ਇੱਕ ਟੁਕੜੇ ਨੂੰ ਦੇਸ਼ ਸਮਝੀ ਬੈਠੇ ਆ। ਹੁਣ ਅਗਲੀ ਜਿਹੜੀ ਬੜੀ ਇੰਪੋਰਟੈਂਟ ਗੱਲ ਆ ਸਾਡੇ ਲਈ ਸਮਝਣਾ, ਵੀ ਅਸੀਂ ਇੱਥੇ ਬੈਠੇ ਕਿਉਂ ਆ।
ਹੋ ਸਕਦਾ ਜੇ ਗੱਲ ਇਕੱਲੇ ਆ 3 ਕਾਨੂੰਨਾਂ ਦੀ ਹੁੰਦੀ ਮੈਂ ਤਾਂ ਨਹੀਂ ਆਉਂਦਾ ਸੀ, ਜੇ ਗੱਲ ਕੱਲੀ ਕਰਪਸ਼ਨ ਦੀ ਹੁੰਦੀ ਫੇਰ ਵੀ ਨਹੀਂ ਆਉਂਦਾ ਸੀ, ਜੇ ਕੱਲੀ ਨੌਕਰੀਆਂ ਦੀ ਗੱਲ ਹੁੰਦੀ ਹੋਰ ਸਾਡੇ ਆ ਸਾਰੇ ਬਾਈ ਨਹੀਂ ਆਉਂਦੇ ਸੀ। ਅਸੀਂ ਬੈਠੇ ਕਿਉਂ ਆ ਇੱਥੇ? ਕਿਉਂਕਿ ਅਸੀਂ ਲੜਾਈ ਆਪਦੀ ਹੋਂਦ ਦੀ ਲੜੀ ਜਾਂਦੇ ਆ। ਜਦੋਂ ਹੋਂਦ ਤੇ ਗੱਲ ਆ ਗਈ, ਇਕੱਲੀ ਕਾਨੂੰਨਾਂ 3 ਕਾਨੂੰਨ ਬਣਾ ਤੇ ਇਹਦੀ ਗੱਲ ਨਹੀਂ ਆ। ਗੱਲ ਇਹ ਆ ਜਿਹੜਾ ਪੰਜਾਬੀ ਆਪਦੇ ਆਪ ਨੂੰ ਕਹਿੰਦਾ, ਚਾਹੇ ਸਾਡੇ ਪੁਲਿਸ ਵਾਲੇ ਬਾਈ ਆ ਸਾਰੇ ਖੜੇ ਆ, ਕਿਉਂਕਿ ਸੱਭਿਆਚਾਰ ਉਹਨਾਂ 'ਚ ਵੀ ਵਸਦਾ। ਇਸ ਧਰਤੀ ਨੂੰ ਉਹਨਾਂ ਨੇ ਹੀ ਪੈਦਾ ਕੀਤਾ ਹੋਇਆ, ਉਹਨਾਂ ਨੂੰ ਕੋਈ ਸਾਡੀ ਐਡਮਿਨਿਸਟ੍ਰੇਸ਼ਨ ਦਾ ਪਾਰਟ ਆ, ਕੋਈ ਸਾਡੀ ਕਿਸੇ ਪੋਲੀਟੀਕਲ ਰਾਜਸੀ ਧਿਰ ਦਾ ਪਾਰਟ ਆ, ਕੋਈ ਲੋਕਾਂ ਦਾ ਪਾਰਟ ਆ, ਕੋਈ ਕਿਸਾਨ ਆ, ਕੋਈ ਸ਼ਹਿਰਾਂ 'ਚ ਬੈਠਾ ਬੰਦਾ ਜਿਹੜਾ ਆਪਦੇ ਆਪ ਨੂੰ ਪੰਜਾਬੀ ਕਹਿੰਦਾ, ਪੰਜਾਬੀ ਰੂਹ ਆ, ਉਹ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਕਿਉਂਕਿ ਤੁਸੀਂ ਇਹ 3 ਕਾਨੂੰਨ ਦੇਖ ਲਓ, ਇਹ ਕਿਸੇ ਸਾਜ਼ਿਸ਼ ਦੇ ਅਧੀਨ ਆ, ਔਰ ਸਾਜ਼ਿਸ਼ ਆ ਬਹੁਤ ਸਮੇਂ ਤੋਂ ਸਰਕਾਰਾਂ ਇੱਕ ਭਾਰਤੀ ਕੌਮ ਸਿਰਜਣ ਦੀ ਸਾਜ਼ਿਸ਼ ਕਰ ਰਹੀਆਂ, ਜਿੱਥੇ ਇੱਕ ਹੋਮੋਜੀਨੀਅਸ ਇੱਕੋ ਤਰ੍ਹਾਂ ਦਾ ਸਮਾਜ ਸਿਰਜਣਾ ਚਾਹੁੰਦੀਆਂ। ਉੱਥੇ ਤੁਹਾਨੂੰ ਆਪਦੇ ਆਪ ਨੂੰ ਪੰਜਾਬੀ ਕਹਿਣਾ ਉਹਨਾਂ ਨੂੰ ਮਨਜ਼ੂਰ ਨਹੀਂ ਆ। ਜੇ ਤੁਸੀਂ ਪੰਜਾਬੀ ਬੋਲੀ ਨੂੰ ਆਪਦੀ ਮਾਂ ਬੋਲੀ ਕਹੋਗੇ ਉਹਨਾਂ ਨੂੰ ਮਨਜ਼ੂਰ ਨਹੀਂ ਆ। ਜੇ ਆਪਦੇ ਆਪ ਨੂੰ ਪ੍ਰਭਾਸ਼ਿਤ ਤੁਸੀਂ ਕਹੋਗੇ ਵੀ ਅਸੀਂ ਵਿਲੱਖਣ ਆ, ਸਾਡੇ ਇਤਿਹਾਸ ਸਾਡੇ ਫਲਸਫੇ ਤੋਂ ਸਾਡੀ ਜਿਹੜੀ ਆਈਡੈਂਟਿਟੀ ਉਹਦੇ ਨਾਲ ਜੁੜੀ ਹੋਈ ਆ, ਉਹਨਾਂ ਨੂੰ ਮਨਜ਼ੂਰ ਨਹੀਂ ਆ। ਉਹ ਪ੍ਰਭਾਸ਼ਿਤ ਵੀ ਤੁਹਾਨੂੰ ਆਪ ਕਰਨਗੇ। ਸੋ ਜਦੋਂ ਸਰਕਾਰ ਇਹੋ ਜਿਹੀਆਂ ਸਾਜ਼ਿਸ਼ਾਂ ਘੜਦੀ ਆ, ਇਹੋ ਜਿਹੇ ਕਾਨੂੰਨ ਘੜਦੀ ਆ ਵੀ ਸਾਡੇ ਤੋਂ ਸਾਡੀ ਧਰਤੀ ਖੋਲੀ, ਹੁਣ ਜੇ ਸਾਡੇ ਤੋਂ ਸਾਡੀ ਧਰਤੀ ਖੋਲੀ, ਸਾਡਾ ਸੱਭਿਆਚਾਰ, ਸਾਡੇ ਫਲਸਫੇ, ਸਾਡੀ ਸਿਆਸਤ, ਕਿਉਂਕਿ ਦੇਖੋ ਇਹ ਗੱਲ ਕਹਿਣੀ ਬੜੀ ਅਸੀਂ ਗੈਰ ਜ਼ਿੰਮੇਦਾਰਾਨਾ ਗੱਲ ਹੁੰਦੀ ਹੈ ਵੀ ਸਿਆਸਤ ਨਾਲ ਸਾਡਾ ਕੋਈ ਲਿੰਕ ਨਹੀਂ, ਪਰ ਹਰ ਰੂਹ ਦਾ, ਹਰ ਬੰਦੇ ਦਾ ਸਿਆਸਤ ਨਾਲ ਬਹੁਤ ਵੱਡਾ ਲਿੰਕ ਆ। ਜਿੱਥੇ ਧਰਮ ਆ ਉੱਥੇ ਸਿਆਸਤ ਆ, ਧਰਮ ਵੱਡਾ ਸਿਆਸਤ ਛੋਟੀ। ਸੋ ਸਿਆਸਤ ਵੀ ਸਾਡੀ ਲੈ ਜਾਣਗੇ ਨਾਲ ਦੀ ਨਾਲ। ਜਦੋਂ ਸਾਡੇ ਤੋਂ ਇਹ ਸਭ ਕੁਝ ਖੁਰ ਗਿਆ ਫਿਰ ਅਸੀਂ ਕਹਿ ਲਈਏ ਵੀ ਅਸੀਂ ਬਚਾਂਗੇ, ਪੰਜਾਬੀ ਬਚਾਂਗੇ, ਸਾਡੇ ਸ਼ਹਿਰ ਜਾਂ ਪਿੰਡ ਬਚ ਜਾਣਗੇ, ਸਭ ਕੁਝ ਖੁਰ ਜੂ, ਸਾਡੇ ਪੱਲੇ ਕੁਝ ਨਹੀਂ ਰਹਿਣਾ। ਤੁਸੀਂ ਤੁਰ ਜਾਓ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਨੂੰ, ਪਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵੀ ਤੁਹਾਡੀ ਇੱਜ਼ਤ ਤਾਂ ਹੀ ਕਰਦਾ, ਤੁਹਾਡੇ ਪਿੱਛੇ ਪੰਜਾਬ ਤੁਹਾਡੇ ਪਿੱਠ ਤੇ ਖੜਦਾ, ਤੇ ਇਹ ਧਰਤੀ ਤੁਹਾਡੀ ਆ। ਜੇ ਇੱਥੋਂ ਪੈਰ ਤੁਹਾਡੇ ਇਹਨਾਂ ਨੇ ਇੱਥੋਂ ਪੈਰ ਉਖੜ ਗਏ ਤਾਂ ਸਾਰੀ ਦੁਨੀਆ 'ਚ ਸਾਡੇ ਕਿਤੇ ਪੈਰ ਨਹੀਂ ਲੱਗਣੇ। ਇਹ ਇਤਿਹਾਸ 'ਚ ਵੀ ਇਹਦੀਆਂ ਸਾਡੇ ਕੋਲੇ ਬਹੁਤ ਵੱਡੀਆਂ ਉਦਾਹਰਨਾਂ ਤੇ ਐਗਜ਼ਾਮਪਲਸ ਪਈਆਂ। ਜਦੋਂ ਹੋਂਦ ਦੀ ਗੱਲ ਆਉਂਦੀ ਆ ਫਿਰ ਪਿੰਡਾਂ ਸ਼ਹਿਰਾਂ ਤੇ ਕਿਸੇ ਵਰਗਾਂ ਤੇ ਗੱਲ ਸੀਮਤ ਨਹੀਂ ਰਹਿੰਦੀ। ਫਿਰ ਜੇ ਅਸੀਂ ਕਹੀਏ ਕਿਸਾਨ ਜਥੇਬੰਦੀਆਂ, ਉਹ ਤਾਂ ਇੱਕ ਗੱਲ ਕਹਿੰਦੀਆਂ ਵੀ ਸਿੱਖਾਂ ਨੂੰ ਤਾਂ ਅਸੀਂ ਲੰਗਰ ਦੀ ਸੇਵਾ ਦਿੱਤੀ ਆ। ਜੇ ਸਿੱਖਾਂ ਨੂੰ ਲੰਗਰ ਦੀ ਸੇਵਾ ਦਿੱਤੀ ਆ, ਇਸ ਧਰਤੀ ਤੇ ਜੇ ਕੋਈ ਲੜਾਈ ਲੜੀ ਜਾਣੀ ਆ, ਉਹ ਅਸੀਂ ਕਹਿ ਦਈਏ ਸਿੱਖ ਫਲਸਫੇ ਤੋਂ ਜਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਪਾਸੇ ਹੋ ਕੇ ਲੜ ਲਾਂਗੇ, ਇਹ ਤਾਂ ਹੋ ਹੀ ਨਹੀਂ ਸਕਦਾ ਨਾ। ਅਸੀਂ ਕਿਸੇ ਮਾਰਕਸਿਸਟ ਜਿਹੜੀ ਵਿਚਾਰਧਾਰਾ, ਜਿਹਨੂੰ ਕਮਿਊਨਿਜ਼ਮ ਜਾਂ ਕਿਸੇ ਸੋਸ਼ਲਿਜ਼ਮ ਜਾਂ ਨੈਸ਼ਨਲਿਜ਼ਮ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜੇ ਲੜਾਈ ਲੜਾਂਗੇ ਤਾਂ ਉਹ ਤਾਂ ਇਸ ਧਰਤੀ ਤੋਂ ਪੈਦਾ ਹੀ ਨਹੀਂ ਹੋਈ। ਇਸ ਧਰਤੀ ਨੇ ਜਿਹੜੀ ਵਿਚਾਰਧਾਰਾ ਨੂੰ ਇਵੋਲਵ ਕੀਤਾ, ਹੌਲੀ ਅਸੀਂ ਸਮਝਿਆ, ਉਹ ਗੁਰੂ ਨਾਨਕ ਸਾਹਿਬ ਦੀਆਂ ਸਿੱਖ ਫਲਸਫਾ ਔਰ ਸਿੱਖ ਧਰਮ ਦੀ ਗੱਲ ਨਹੀਂ ਮੈਂ ਕਰ ਰਿਹਾ, ਸਿੱਖ ਫਲਸਫੇ ਦੀ, ਸਿੱਖ ਮਾਡਲ ਦੀ ਗੱਲ ਕਰ ਰਿਹਾ। ਕਿਵੇਂ ਆ? ਧਰਮ ਨੂੰ ਆਪਾਂ ਇੱਕ ਵਾਰੀ ਪਾਸੇ ਰੱਖ ਦਿੰਨੇ ਆ, ਸਿੱਖ ਮਾਡਲ ਦੀ ਗੱਲ ਕਰ ਰਹੇ ਹਾਂ। ਕਿਹੜਾ ਮਾਡਲ ਆ ਇਹ? ਇਹ ਉਹ ਮਾਡਲ ਆ ਜਿੱਥੇ ਅਸੀਂ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੋਈ ਹੋਰ ਕੌਮ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੋਵੇ, ਕਿਸੇ ਹੋਰ ਖਿੱਤੇ 'ਚ ਰੋਜ਼ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੋਵੇ, ਸਾਡੇ ਜਿੱਥੇ ਅਰਦਾਸ ਹੋਊਗੀ, ਜਦੋਂ ਗੁਰਬਾਣੀ ਪੜ੍ਹੀ ਜਾਊਗੀ, ਨਾਲ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੋਊਗੀ। ਉੱਥੇ ਕੋਈ ਦਰਜਾ ਬਦਰਜੀ ਰਹਿ ਜਾਂਦੀ ਆ? ਜਮਾਂ ਹੀ ਨਹੀਂ। ਕੋਈ ਊਚ ਨੀਚ ਜਾਤ ਪਾਤ ਰਹਿ ਜਾਂਦੀ ਹੈ? ਜਮਾਂ ਹੀ ਨਹੀਂ। ਸਾਡੇ ਲਈ ਤੇ ਜਦੋਂ ਮੰਗੀ ਸਰਬੱਤ ਦਾ ਭਲਾ ਲਿਆ, ਫਿਰ ਜਿਹਦੇ ਮਰਜ਼ੀ ਨਾਲ ਜ਼ੁਲਮ ਹੋ ਰਿਹਾ ਹੋਵੇ, ਜ਼ਬਰ ਹੋ ਰਿਹਾ ਹੋਵੇ, ਜਿਹਦੇ ਤੇ ਅਸੀਂ ਖੜੇ ਹੋ ਜਾਵਾਂਗੇ। ਉੱਥੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਮਨੁੱਖ ਨੂੰ ਕਿਵੇਂ ਦੇਖਿਆ ਜਾਂਦਾ? ਮਾਨਸ ਕੀ ਜਾਤ ਸਭੇ ਏਕੋ ਪਹਿਚਾਨ ਬੋ। ਇਹਦਾ ਮਤਲਬ ਜਿਹੜਾ ਕੋਈ ਅਕਾਲ ਪੁਰਖ ਆ, ਨਿਰੰਕਾਰ ਆ, ਉਹ ਇੱਕ ਆ, ਤੇ ਉਹਨੇ ਮਨੁੱਖਾਂ ਨੂੰ ਵੀ ਇੱਕ ਰੂਪ 'ਚ ਹੀ ਪੈਦਾ ਕੀਤਾ ਗਿਆ, ਕੋਈ ਦਰਜਾ ਬਦਰਜੀ ਨਹੀਂ। ਸੋ ਐਡਾ ਵੱਡੇ ਫਲਸਫੇ ਨੂੰ ਛੱਡ ਕੇ, ਇਸ ਸਿਧਾਂਤ ਨੂੰ ਛੱਡ ਕੇ
ਜੇ ਅਸੀਂ ਕਹਾਂਗੇ ਅਸੀਂ ਲੜਾਈ ਲੜ ਲਾਂਗੇ, ਅਸੀਂ ਨਹੀਂ ਲੜ ਸਕਦੇ। ਸਾਨੂੰ ਨਹੀਂ ਪਤਾ ਉਹ ਕਿਸੇ ਹੋਰ ਖਿੱਤੇ ਚੋਂ, ਕਿਸੇ ਹੋਰ ਧਰਤੀ ਚੋਂ ਕਮਿਊਨਿਸਟ ਵਿਚਾਰਧਾਰਾ ਪੈਦਾ ਹੋਈ ਹੈ, ਕਿਸੇ ਹੋਰ ਧਰਤੀ ਚੋਂ ਨੈਸ਼ਨਲਿਜ਼ਮ ਪੈਦਾ ਹੋਇਆ, ਕਿਸੇ ਹੋਰ ਧਰਤੀ ਚੋਂ ਸੋਸ਼ਲਿਜ਼ਮ ਪੈਦਾ ਹੋਇਆ। ਉਹਨੂੰ ਪੜੂਥਨ ਲਾ ਕੇ ਇੱਥੇ ਅਸੀਂ ਇਸ ਖਿੱਤੇ 'ਚ ਜੇ ਉਹਨੂੰ ਅਪਲਾਈ ਕਰਾਂਗੇ, ਉਹ ਨਹੀਂ ਹੋ ਸਕਦਾ, ਅਸੀਂ ਨਹੀਂ ਲੜ ਸਕਦੇ। ਸਾਨੂੰ ਕਿਉਂਕਿ ਇਤਿਹਾਸ ਨੂੰ ਸਮਝਣਾ ਵੀ ਬੜਾ ਵੱਡਾ ਗੁਣ ਹੁੰਦਾ, ਔਰ ਇਹਦੇ 'ਚ ਅਸੀਂ ਬਹੁਤ ਵੱਡੀ ਇਕਾਈ ਕਰ ਜਾਂਦੇ ਹਾਂ, ਕੌਮਾਂ ਇਕਾਈਆਂ ਕਰ ਜਾਂਦੀਆਂ। ਇਤਿਹਾਸ ਨੂੰ ਸਮਝਣਾ, ਉਹਦੇ ਅਹਿਸਾਸ ਹੂ ਸਮਝ ਲੈਣੇ ਬਹੁਤ ਔਖਾ। ਕੋਈ ਬੰਦਾ, ਕੋਈ ਸ਼ਖਸੀਅਤ ਇਤਿਹਾਸ ਦੀ ਜੇ ਅਸੀਂ ਕਹੀਏ ਵੀ ਉਹਨੇ ਐ ਸੋਚਿਆ ਹੋਣਾ, ਇਸ ਸ਼ਖਸੀਅਤ ਨੇ, ਮੰਨ ਲਓ ਅਸੀਂ ਜੇ ਆਪਦੇ ਰਹਿਬਰਾਂ ਦੀ ਗੱਲ ਕਰੀਏ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਉਹਨਾਂ ਨੂੰ ਅਸੀਂ ਸਮਝੀਏ ਵੀ ਜਦੋਂ ਉਹਨਾਂ ਨੇ ਸਰਹੰਦ ਤੇ ਹਮਲਾ ਕੀਤਾ, ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਹੋਊਗਾ, ਉਦੋਂ ਮੌਸਮ ਕੀ ਹੋਊਗਾ, ਉਹਨਾਂ ਦੇ ਆਸ-ਪਾਸ ਜਿਹੜੇ ਉਹਨਾਂ ਦੇ ਜਰਨੈਲ ਆ ਉਹ ਕੀ ਕਹਿੰਦੇ ਹੋਣਗੇ, ਜਾਂ ਉਸ ਵੇਲੇ ਸਾਰੀ ਰਾਜਸੀ ਜਿਹੜੀ ਇੱਕ ਬੰਤਰ ਆ, ਤਾਣਾ ਬਾਣਾ, ਉਹ ਕੀ ਹੋਊਗਾ, ਸੈਂਟਰ ਦਾ ਜਦੋਂ ਦਿੱਲੀ ਸਰਕਾਰ ਦਾ ਕੀ ਰੋਲ ਸੀ, ਸਰਹੰਦ ਸਰਕਾਰ ਦਾ ਕੀ ਰੋਲ ਆ, ਇਹਨੂੰ ਹੂ ਸਮਝ ਸਕਦੇ ਹਾਂ ਅਸੀਂ? ਨਹੀਂ ਸਮਝ ਸਕਦੇ। ਇੱਕ ਅਪਰੋਕਸੀਮੇਸ਼ਨ ਹੀ ਲਾਈ ਜਾ ਸਕਦੀ ਹੁੰਦੀ ਹੈ ਇਤਿਹਾਸ ਬਾਰੇ, ਇਤਿਹਾਸ ਦੀਆਂ ਸ਼ਖਸੀਅਤਾਂ ਬਾਰੇ ਇੱਕ ਅਪਰੋਕਸੀਮੇਸ਼ਨ ਲਾਈ ਜਾ ਸਕਦੀ ਹੁੰਦੀ ਆ। ਇਤਿਹਾਸ ਨੂੰ ਸਮਝਿਆ ਨਹੀਂ ਜਾ ਸਕਦਾ ਹੁੰਦਾ ਹੂ। ਜੇ ਅਸੀਂ ਕਹੀਏ ਸਾਨੂੰ ਸਟੀਕ ਗੱਲ ਪਤਾ ਇਤਿਹਾਸ ਦੀ, ਬਹੁਤ ਵੱਡਾ ਅਸੀਂ ਇਹਦੇ ਤੇ ਚਾਹੇ ਇਹਦੇ ਤੇ ਰਿਸਰਚ ਕਰ ਲਈਏ, ਉਸ ਤੋਂ ਬਾਅਦ ਵੀ ਸਟੀਕ ਗੱਲ ਤੇ ਨਹੀਂ ਆ ਸਕਦੇ। ਸੋ ਸਾਡਾ ਇਤਿਹਾਸ, ਫਿਰ ਅਗਲੀ ਗੱਲ, ਆਪਦੇ ਇਤਿਹਾਸ ਨੂੰ ਸਮਝਣਾ ਫਿਰ ਥੋੜਾ ਜਿਹਾ ਸੌਖਾ ਹੁੰਦਾ, ਕਿਸੇ ਹੋਰ ਦੇ ਇਤਿਹਾਸ ਨੂੰ ਸਮਝਣਾ ਬਹੁਤ ਔਖਾ ਹੁੰਦਾ। ਹੁਣ ਜਿਹੜੇ ਬਾਕੀ ਫਲਸਫੇ ਆ ਕਿਸੇ ਹੋਰ ਇਤਿਹਾਸ ਚੋਂ ਪੈਦਾ ਹੋਏ ਆ, ਉਹਨੂੰ ਅਸੀਂ ਨਹੀਂ ਸਮਝ ਸਕਦੇ। ਸਾਡੀ ਮਾਨਸਿਕਤਾ ਵੱਖਰੀ ਆ, ਇੱਥੇ ਵਾਤਾਵਰਨ ਵੱਖਰਾ, ਅਸੀਂ ਬਿਹੇਵੀਅਰ ਤੌਰ ਤੇ ਵੱਖਰੇ, ਸਾਡੀ ਬੋਲੀ ਉਹਨਾਂ ਤੋਂ ਵੱਖਰੀ ਆ, ਸਾਡਾ ਪਹਿਰਾਵਾ, ਖਾਣਾ ਪੀਣਾ ਸਭ ਵੱਖਰਾ। ਸੋ ਇਸ ਖਿੱਤੇ ਨੇ ਇਸ ਦੁਨੀਆ ਨੂੰ ਜਿਹੜਾ ਇਤਿਹਾਸ ਦਿੱਤਾ, ਉਹਦਾ ਫਲਸਫਾ ਕੀ ਆ? ਉਹਦਾ ਫਲਸਫਾ ਉਹੀ ਆ ਜਦੋਂ ਗੁਰੂ ਨਾਨਕ ਸਾਹਿਬ ਨੇ ਪਾਂਡੇ ਦੀ ਫੱਟੀ ਤੇ ਏਕਮਕਾਰ ਵਾਤਾ ਸੀ ਤੇ ਸਾਰੀਆਂ ਬਣੀਆਂ ਹੋਈਆਂ ਧਾਰਨਾਵਾਂ ਨੂੰ ਉਹਨਾਂ ਦਾ ਖੰਡਨ ਕੀਤਾ ਸੀ, ਉਹਨਾਂ ਸਿੱਧੇ ਤੌਰ ਤੇ ਵਿਰੋਧ ਕੀਤਾ ਸੀ। ਔਰ ਉਸ ਵੇਲੇ ਦੇਖੋ ਫਿਰ ਜਦੋਂ ਲੜਾਈ ਲੜੀ ਜਾਂਦੀ ਆ, ਲੜਾਈ ਹਥਿਆਰਬੰਦ ਸੰਘਰਸ਼ ਨਾਲ ਵੀ ਲੜੀ ਜਾਂਦੀ ਆ, ਸ਼ਾਂਤਮਈ ਨਾਲ ਵੀ ਲੜੀ ਜਾਂਦੀ ਆ। ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਸਾਡੇ ਹੱਥਾਂ 'ਚ ਸ਼ਮਸ਼ੀਰਾਂ ਨਹੀਂ ਦਿੱਤੀਆਂ, ਸਾਡੇ ਹੱਥਾਂ 'ਚ ਤਲਵਾਰਾਂ ਨਹੀਂ ਦਿੱਤੀਆਂ। ਕਿਉਂਕਿ ਉਦੋਂ ਤੱਕ ਰੂਹਾਂ ਸਿਰਜਣੀਆਂ ਸੀ ਉਹਨਾਂ ਨੇ, ਜਿਹੜੀਆਂ ਰੂਹਾਂ ਸਿਰਜੀਆਂ ਜਾਣ, ਤੇ ਜਦੋਂ ਸਾਡੇ ਹੱਥ 'ਚ ਹਥਿਆਰ ਆਇਆ, ਉਦੋਂ ਆ ਕੇ ਉਹਨਾਂ ਰਹਿਬਰਾਂ ਨੂੰ ਵਿਸ਼ਵਾਸ ਹੋ ਗਿਆ ਵੀ ਹੁਣ ਉਸ ਹਥਿਆਰ ਦੀ ਦੁਰਵਰਤੋਂ ਨਹੀਂ ਹੋਊਗੀ। ਉਹ ਹਥਿਆਰ ਕਿਸੇ ਜ਼ੁਲਮ ਤੇ ਜ਼ਬਰ ਨੂੰ ਟੱਕਰਾ ਕਰਨ ਵਾਸਤੇ ਹੀ ਚੱਕਿਆ ਜਾਊਗਾ, ਆਪਦੇ ਵਾਸਤੇ, ਨਿੱਜ ਵਾਸਤੇ ਕਦੇ ਹਥਿਆਰ ਨਹੀਂ ਚੱਕਿਆ ਜਾਊਗਾ। ਸੋ ਉਸ ਰੂਹਾਂ ਸਿਰਜੀਆਂ ਗਈਆਂ ਜਿਨ੍ਹਾਂ ਨੇ ਲੋਕਾਂ ਵਾਸਤੇ ਲੜਾਈ ਲੜੀ, ਆਪਦੇ ਨਿੱਜ ਵਾਸਤੇ ਨਹੀਂ ਲੜੀ। ਦੂਜੀਆਂ ਕੌਮਾਂ ਖਾਤਰ ਲੜਾਈਆਂ ਲੜੀਆਂ, ਆਪਦੇ ਖਾਤਰ ਨਹੀਂ ਲੜੀਆਂ। ਅਸੀਂ ਜਿੱਥੇ ਅੱਜ ਆ ਕੇ ਖੜ ਗਏ ਆ, ਇਹ ਬਹੁਤ ਵੱਡੀ ਸਾਡੀ ਉਪਲਬਧੀ ਆ। ਸਾਨੂੰ ਪਤਾ, ਸਾਨੂੰ ਵਾਇਲੈਂਸ ਵੱਲ ਸਰਕਾਰਾਂ ਧੱਕਦੀਆਂ। ਆ ਸਾਡੀ ਐਡਮਿਨਿਸਟ੍ਰੇਸ਼ਨ ਦੇ ਪੁਲਿਸ ਵਾਲੇ ਬਾਈ ਖੜੇ ਆ, ਇਹਨਾਂ ਨੂੰ ਪਤਾ ਵੀ ਸਰਕਾਰ ਵਾਇਲੈਂਸ ਵੱਲ ਧੱਕਦੀ ਆ। ਇਹ ਵੀ ਸਾਡੇ ਨਾਲ ਅੱਜ ਕਿਉਂ? ਇਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕ ਇਸ ਟਾਈਮ ਇੰਨੇ ਜ਼ਿਆਦਾ ਸਿਆਣੇ ਆ, ਮਾੜੀ ਮੋਟੀ ਉਹਨਾਂ ਨੇ ਕਿਤੇ ਕੋਈ ਗੜਬੜ ਕਰਨੀ ਆ, ਅਸੀਂ ਉਦੋਂ ਹੀ ਕਹਿ ਦਿੰਦੇ ਆ ਸਾਨੂੰ ਇਹਨਾਂ ਨੇ ਵਾਇਲੈਂਸ ਵੱਲ ਧੱਕਣਾ, ਅਸੀਂ ਨਹੀਂ ਜਾਣਾ। ਅਸੀਂ ਸ਼ਾਂਤਮਈ ਢੰਗ ਨਾਲ ਇਹ ਸੰਘਰਸ਼ ਲੜਨਾ, ਪਰ ਸ਼ਾਂਤਮਈ ਢੰਗ 'ਚ ਆਪਦੀ ਆਵਾਜ਼ ਬੁਲੰਦ ਕਰਨੀ ਆ, ਕਿਉਂਕਿ ਸਾਡੀ ਸੋਚ ਤੋਂ ਬਾਹਲੇ ਡਰਦੇ ਆ। ਇਹ ਹਥਿਆਰ ਤੋਂ ਨਹੀਂ ਡਰਦੇ, ਸੋਚ ਤੋਂ ਡਰਦੇ ਆ। ਹਥਿਆਰ ਤਾਂ ਇਹਨਾਂ ਲਈ ਦੱਬਣਾ ਬਹੁਤ ਸੌਖਾ, ਜਦੋਂ ਮਰਜੀ ਐਡਾ ਵੱਡਾ ਸਟੇਟ, ਐਡੀ ਵੱਡੀ ਪਾਵਰ ਉਹਨਾਂ ਦੀ, ਐਡੀਆਂ ਵੱਡੀਆਂ ਉਹਨਾਂ ਦੇ ਇੰਸਟੀਚਿਊਟਸ, ਮਿਲਟਰੀ ਫੋਰਸ, ਪੈਰਾਮਿਲਟਰੀ ਫੋਰਸਸ, ਪੁਲਿਸ ਫੋਰਸ, ਉਹਨੂੰ 2 ਮਿੰਟ 'ਚ ਦੱਬ ਦੇਣਗੇ। ਪਰ ਸੋਚ ਨੂੰ ਦੱਬਣਾ ਬੜਾ ਔਖਾ, ਤੇ ਸੋਚ ਤੋਂ ਡਰਦੇ ਆ ਇਹ। ਜੇ ਨੈਪੋਲੀਅਨ ਨਹੀਂ ਰਿਹਾ, ਹਿਟਲਰ ਨਹੀਂ ਰਿਹਾ, ਅਬਦਾਲੀ ਵਰਗਿਆਂ ਨੂੰ ਦੱਬ ਲਿਆ ਸੀ, ਮੋਦੀ ਕੀ ਚੀਜ਼ ਆ? ਸੋ ਇਹ ਜਿਹੜੀ ਕੱਟੜਪੰਥੀ ਕਰ ਰਹੇ ਆ ਨਾ, ਇਹ ਆਪਦੀ ਪੁੱਠੀ ਗਿਣਤੀ ਸ਼ੁਰੂ ਕਰ ਲਈ ਹੈ ਇਹਨਾਂ ਨੇ। ਇਹ ਪੁੱਠੀ ਗਿਣਤੀ ਇਹਨਾਂ ਦੀ ਸ਼ੁਰੂ ਹੋ ਗਈ ਆ, ਤੇ ਅਸੀਂ
ਇੱਕ ਇਤਿਹਾਸ ਰਚਣ ਵਾਲੇ ਸੰਘਰਸ਼ 'ਚ ਆਪਦੀ ਸ਼ਮੂਲੀਅਤ ਦੇ ਰਹੇ ਹਾਂ। ਹੁਣ ਜਿਹੜੀਆਂ ਰੂਹਾਂ ਇਹਦੇ 'ਚ ਆਪਦੀ ਸ਼ਮੂਲੀਅਤ ਦੇ ਜਾਣਗੀਆਂ ਉਹਨਾਂ ਦਾ ਨਾਂ ਇਤਿਹਾਸ 'ਚ ਲਿਖਿਆ ਜਾਊਗਾ। ਤੁਹਾਨੂੰ ਇਤਿਹਾਸ ਮੌਕਾ ਦੇ ਰਿਹਾ ਪੰਜਾਬ ਦੀ ਹੋਂਦ ਦੀ ਲੜਾਈ ਲੜਨ ਦਾ। ਸੋ ਮੇਰੀਆਂ ਇੰਨੀਆਂ ਕੁ ਬੇਨਤੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਬਹਿ ਜਾਓ 2 ਮਿੰਟ ਬਹਿ ਜਾਓ, ਲਾਈਵ ਚੱਲਦਾ, ਬਹਿ ਜਾਓ ਮਾੜਾ ਜਿਹਾ। ਇੱਕ ਬੇਨਤੀ ਹੋਰ ਸੀ ਜੀ। ਮਨੁੱਖੀ ਕਾਰਜਾਂ ਨੂੰ ਸਮਰਪਿਤ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਜੀ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ, ਜਿਹੜਾ ਤੁਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਕਾਰਜ ਵਿੱਢਿਆ ਤੇ ਆਪਦੀ ਹੱਕਾਂ ਦੀ ਜੰਗ ਆ ਜਿਹੜੀ ਉਹ ਸਾਡੀ ਜਾਰੀ ਆ ਤੇ ਲੜ ਰਹੇ ਆ ਜੀ ਇਕੱਠੇ ਹੋ ਕੇ। ਥੈਂਕ ਯੂ ਸੋ ਮਚ। ਭਾਜੀ ਪਿੱਛੇ ਲਾਈਵ ਜਾ ਰਿਹਾ, ਪਿੱਛੇ ਜਾ ਵੀਰੇ, ਕਲਸੀ ਵੀਰੇ। ਬਹੁਤ ਧੰਨਵਾਦ ਹੈ ਦੀਪ ਸਿੱਧੂ ਜੀ ਦਾ। ਅੱਜ ਇਸ ਰੋਸ ਧਰਨੇ ਦੇ ਵਿੱਚ ਤਰਵਿੰਦਰ ਪਾਸਟਰ ਜੀ ਜਿਹੜੇ ਸਾਈ ਧਰਮ ਤੋਂ ਨੇ ਉਹ ਵੀ ਆਏ ਹੋਏ ਨੇ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਸਾਨੂੰ ਬਹੁਤ ਲੇਟ ਪਰਚੀ ਮਿਲੀ ਹੈ। ਪਿੱਛੇ ਜਾ ਜੀ ਮਾੜਾ ਮਾੜਾ। ਹੋਰ ਪਿੱਛੇ ਕਰੋ ਵੀਰੇ। ਕਮਾਲ ਹੋ ਗਿਆ, ਕੈਮਰੇ ਤੇ ਕਰੀ ਜਾਂਦਾ ਯਾਰ, ਲਾਈਵ ਚੱਲਦਾ ਮੂਰੇ ਕਰੀ ਜਾਂਦਾ ਯਾਰ, ਥੱਲੇ ਕਰ ਲੈ ਯਾਰ। ਕੋਈ ਗੱਲ ਕੀ ਨਹੀਂ, ਸਾਰੀ ਦੁਨੀਆ ਦੇਖਦੀ ਆ। ਕਮਾਲ ਹੋ ਗਿਆ। ਉਹ ਆਰਾਮ ਨਾਲ ਕਰ ਲੋ ਯਾਰ, ਕਿਉਂ ਤੁਸੀਂ ਓ ਜਾ ਜਾ ਭਾਜੀ, ਲਾਈਵ ਜਾ ਵਿੱਚ ਕੋਈ ਨਾ। ਦੇਖੀ ਅੱਗੇ ਨਾ ਭਾਜੀ ਕੋਈ ਨਾ ਸਾਹ ਜੀ ਨਾਲ ਹੋਇਓ, ਨਿਵਾਣੇ ਜੀ ਅੱਗੇ ਮਾੜਾ ਅੱਗੇ ਹੋ ਭਾਈ ਜੀ। ਭਾਈ ਜੀ ਇੱਕ ਮਿੰਟ ਖੜ ਜਾ, ਸਾਰੇ ਇਕੱਠੇ ਕਰ ਕੰਬਾਈਨ ਹੀ ਕਰਾ ਦੋ ਇਹਨਾਂ ਦੀ।